ਅੱਜ ਅਸੀਂ ਗੱਲ ਕਰਾਂਗੇ ਸਟੀਵਨ ਆਰ ਕੋਵੀ ਦੀ ਮਸ਼ਹੂਰ ਕਿਤਾਬ ਦ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਦੇ ਵਿੱਚ ਦੱਸੀ 6th ਹੈਬਿਟ ਸਿਨਰਜਾਈਜ਼ ਦੇ ਬਾਰੇ। ਆਪਣੇ ਪਿਛਲੇ ਵੀਡੀਓ ਵਿੱਚ ਅਸੀਂ 4th ਹੈਬਿਟ ਵਿਨ ਵਿਨ ਨੂੰ ਵਿਚਾਰਦੇ ਹਾਂ ਇੱਕ ਆਰਕੈਸਟਰਾ ਗਰੁੱਪ ਜਾਂ ਕਿ ਕਲਾਕਾਰਾਂ ਦੇ ਸਮੂਹ ਦਾ ਉਦਾਹਰਣ ਸਮਝਿਆ ਸੀ। ਹੁਣ ਜੇਕਰ ਅਸੀਂ ਉਹਨਾਂ ਦੇ ਇਸ ਸਾਂਝੇ ਉਦਮ ਤੋਂ ਨਿਕਲਣ ਵਾਲੇ ਗੀਤ ਨੂੰ ਕਿਸੇ ਆਰਗੇਨਾਈਜੇਸ਼ਨ ਜਾਂ ਕਿ ਸੰਗਠਨ ਦਾ ਵਿਜ਼ਨ ਜਾਂ ਟੀਚਾ ਮੰਨ ਲਈਏ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰੇ ਕਲਾਕਾਰ ਉਸ ਉਦੇਸ਼ ਨੂੰ ਪਾਉਣ ਦੇ ਲਈ ਮਿਲ ਕੇ ਸੰਗਠਿਤ ਤੌਰ ਤੇ ਮਿਹਨਤ ਕਰਦੇ ਹਨ ਅਤੇ ਤਾਂ ਹੀ ਇੱਕ ਸੁਰੀਲੇ ਗੀਤ ਦੀ ਰਚਨਾ ਕਰ ਪਾਉਂਦੇ ਹਨ। ਜਦੋਂ ਦੋ ਜਣਿਆਂ ਦੇ ਸੁਮੇਲ ਨਾਲ ਕਿਸੇ ਚੀਜ਼ ਦਾ ਆਉਟਪੁੱਟ ਜਾਂ ਉਤਪਾਦਨ ਦੋਨਾਂ ਦੇ ਇਕੱਲੇ ਉਤਪਾਦਨ ਨਾਲੋਂ ਜ਼ਿਆਦਾ ਹੋਵੇ ਤਾਂ ਅਸੀਂ ਮੰਨਦੇ ਹਾਂ ਕਿ ਇਹਨਾਂ ਦਾ ਮੇਲ ਪ੍ਰੋਗਰੈਸਿਵ ਜਾਂ ਪ੍ਰਗਤੀਸ਼ੀਲ ਹੈ ਅਤੇ ਇਹਨਾਂ ਕਲਾਕਾਰਾਂ ਦਾ ਉਦਾਹਰਣ ਸਿਨਰਜੀ ਦੇ ਪੂਰਨ ਰੂਪ ਨੂੰ ਨਿਖਾਰ ਕੇ ਸਮਝਾਉਂਦਾ ਹੈ। ਹੁਣ ਇਸੇ ਉਦਾਹਰਣ ਵਿੱਚ ਜੇਕਰ ਅਸੀਂ ਵਿਚਾਰ ਕੇ ਦੇਖੀਏ ਤਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਸਾਰੇ ਦੇ ਸਾਰੇ ਕਲਾਕਾਰ ਇੱਕ ਦੂਸਰੇ ਤੋਂ ਮੁਖਤਲਿਫ ਹਨ, ਵੱਖਰੇ ਹਨ, ਮਤਲਬ ਸਾਰੇ ਇੱਕ ਦੂਸਰੇ ਤੋਂ ਡਿਫਰੈਂਟ ਹਨ। ਸਟੀਵਨ ਆਰ ਕੋਵੀ ਦੇ ਮੁਤਾਬਿਕ ਆਪਣੀ ਜ਼ਿੰਦਗੀ ਦੇ ਕਿਸੇ ਵੀ ਪੱਖ ਵਿੱਚ ਕਾਮਯਾਬੀ ਪਾਉਣ ਦੇ ਲਈ ਸਾਨੂੰ ਸਾਰਿਆਂ ਦੇ ਵਿਲੱਖਣ ਜਾਂ ਵੱਖਰੇ ਵੱਖਰੇ ਹੋਣ ਨੂੰ ਇੱਕ ਗਿਫਟ ਜਾਂ ਦਾਤ ਵਾਂਗੂ ਸਮਝਣਾ ਚਾਹੀਦਾ ਹੈ ਅਤੇ ਇਸੇ ਡਾਈਵਰਸਿਟੀ ਨੂੰ ਜਾਂ ਕਿ ਵਿਭਿੰਨਤਾ ਨੂੰ ਆਪਣੀ ਜਰਨੀ ਜਾਂ ਸਫ਼ਰ ਵਿੱਚ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਇੱਕ ਟੀਮ ਦੇ ਵਿੱਚ ਕੰਮ ਕਰਦਿਆਂ ਅਸੀਂ ਅਕਸਰ ਇਹੋ ਜਿਹੇ ਨਤੀਜੇ ਦੇਖਦੇ ਹਾਂ ਜਿਸ ਵਿੱਚ ਜਾਂ ਤਾਂ ਨਤੀਜੇ ਕੰਪਰੋਮਾਈਜ਼ਿੰਗ ਹੁੰਦੇ ਹਨ ਜਿੱਥੇ 1+1 ਹੀ ਬਣਦਾ ਹੈ ਤੇ ਜਾਂ ਨਤੀਜੇ ਨੈਗੇਟਿਵ ਹੁੰਦੇ ਹਨ ਜਿੱਥੇ 1+1 ਅੱਧਾ ਹੀ ਰਹਿ ਜਾਂਦਾ ਹੈ ਤੇ ਜਾਂ ਨਤੀਜੇ ਪੋਜ਼ਿਟਿਵ ਨਿਕਲਦੇ ਹਨ ਜਿੱਥੇ 1+1 3 ਬਣਦਾ ਹੈ, ਕਿਉਂਕਿ ਇਹੀ ਸਿਨਰਜੀ ਨੂੰ ਪਾ ਲੈਣ ਦੀ ਨਿਸ਼ਾਨੀ ਹੁੰਦਾ ਹੈ। ਕਿਉਂਕਿ ਕੱਲਿਆਂ ਅਸੀਂ ਇਤਨੀ ਡਾਈਵਰਸਿਟੀ ਜਾਂ ਵਿਭਿੰਨਤਾ ਦੇ ਮਾਲਕ ਕਦੇ ਵੀ ਨਹੀਂ ਹੋ ਸਕਦੇ ਹਾਂ ਜਿਤਨੇ ਇੱਕ ਤੋਂ ਵੱਧ ਦੇ ਸੁਮੇਲ ਨਾਲ ਬਣ ਸਕਦੇ ਹਾਂ। ਸਿਨਰਜੀ ਦੇ ਐਗਜ਼ਾਮਪਲ ਨੂੰ ਅਸੀਂ ਕਾਰਪੋਰੇਟ ਵਰਲਡ ਦੀ ਦੁਨੀਆ ਦੇ ਵਿੱਚ ਅਕਸਰ ਦੇਖਦੇ ਰਹਿੰਦੇ ਹਾਂ ਜਿੱਥੇ ਅਸੀਂ ਵੇਖਦੇ ਹਾਂ ਕਿ ਇੱਕ ਬੈਂਕ ਦੂਸਰੇ ਬੈਂਕ ਨੂੰ ਐਕਵਾਇਰ ਕਰਦਾ ਹੈ, ਪਰ ਬੈਂਕਾਂ ਦੇ ਇਹਨਾਂ ਮਰਜਰਸ ਦੇ ਨਾਲ ਇੱਕ ਬੈਂਕ ਦਾ ਨੈਟਵਰਕ ਅਤੇ ਕਸਟਮਰ ਬੇਸ ਜਦੋਂ ਦੂਸਰੇ ਬੈਂਕ ਦੇ ਨੈਟਵਰਕ ਅਤੇ ਕਸਟਮਰ ਬੇਸ ਦੇ ਨਾਲ ਮਿਲਦਾ ਹੈ ਤੇ ਉਹ ਇੱਕ ਸਿਨਰਜੀ ਕ੍ਰੀਏਟ ਕਰਦਾ ਹੈ ਅਤੇ ਇਸ ਤਰੀਕੇ ਦੇ ਨਾਲ ਉਹ ਬੈਂਕ ਹੁਣ ਆਪਣੀ ਸਰਵਿਸਿਜ਼ ਔਰ ਪ੍ਰੋਡਕਟਸ ਨੂੰ ਇੱਕ ਵੱਡੇ ਨੈਟਵਰਕ ਤੱਕ ਪਹੁੰਚਾ ਸਕਦੇ ਹਨ ਅਤੇ ਵੱਡੀਆਂ ਇੰਡਸਟਰੀਜ਼ ਔਰ ਕੰਪਨੀਜ਼ ਜਦੋਂ ਆਪਣੇ ਚੈਨਲ ਪਾਰਟਨਰਸ ਔਰ ਸਟੇਕ ਹੋਲਡਰਸ ਨੂੰ ਲੱਭਦੀਆਂ ਹਨ ਤੇ ਉਹ ਮਲਟੀਪਲਾਇਰ ਇਫੈਕਟ ਕ੍ਰੀਏਟ ਕਰ ਪਾਉਂਦੀਆਂ ਹਨ। ਸਿਨਰਜੀ ਦੇ ਪੱਖ ਨੂੰ ਆਪਣੇ ਪਰਿਵਾਰ, ਬਿਜ਼ਨਸ ਜਾਂ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਵੀ ਜੇਕਰ ਅਸੀਂ ਲਗਾਈਏ ਤਾਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਆਪਣੇ ਸਮੇਂ ਅਤੇ ਤਾਕਤ ਨੂੰ ਫਿਜ਼ੂਲ ਦੇ ਕਨਫਲਿਕਟ ਜਾਂ ਲੜਾਈ ਝਗੜੇ ਤੋਂ ਹੋਰ ਡਿਸਟਰੈਕਸ਼ਨ ਜਾਂ ਕਿ ਭਟਕਣਾ ਤੋਂ ਬਚ ਸਕਦੇ ਹਾਂ ਔਰ ਆਪਣੇ ਸਮੇਂ ਦਾ ਸਦ ਉਪਯੋਗ ਕਰ ਸਕਦੇ ਹਾਂ। ਹੁਣ ਕਮਿਊਨੀਕੇਸ਼ਨ ਜਾਂ ਕਿ ਵਿਚਾਰ ਵਟਾਂਦਰੇ ਨੂੰ ਟਰਸਟ, ਵਿਸ਼ਵਾਸ ਔਰ ਕੋਆਪਰੇਸ਼ਨ, ਸਹਿਯੋਗ ਦੇ ਪੱਧਰ ਤੇ ਜੇਕਰ ਅਸੀਂ ਪਰਖੀਏ ਤਾਂ ਅਸੀਂ ਦੇਖਾਂਗੇ ਕਿ ਰਿਸ਼ਤਿਆਂ ਵਿੱਚ ਜਦੋਂ ਟਰਸਟ ਔਰ ਕੋਆਪਰੇਸ਼ਨ ਕਮਜ਼ੋਰ ਹੁੰਦਾ ਹੈ ਤਾਂ ਅਸੀਂ ਡਿਫੈਂਸਿਵ ਰੱਖਿਆਤਮਕ ਕਿਰਦਾਰ ਵੱਲ ਤੁਰ ਪੈਂਦੇ ਹਾਂ। ਹੈਬਿਟ 4 ਵਿੱਚ ਅਸੀਂ ਵਿਚਾਰਿਆ ਸੀ ਕਿਸ ਤਰੀਕੇ ਨਾਲ ਵਿਨ ਲੂਜ਼ ਔਰ ਲੂਜ਼ ਵਿਨ ਵਿਚਾਰਧਾਰਾ ਸਾਨੂੰ ਇੱਕ ਪੱਖੀ ਔਰ ਸੈਲਫ ਸੈਂਟਰਡ ਭਾਵਨਾਵਾਂ ਨਾਲ ਜੋੜਦੀ ਹੈ ਜਿਸ ਵਿੱਚ ਦੋਨੋਂ ਮੈਂਬਰਾਂ ਮਿਊਚੁਅਲ ਵਿਨ ਵਿਨ ਤੱਕ ਨਹੀਂ ਪਹੁੰਚ ਪਾਉਂਦੇ ਹਨ ਔਰ ਇਸ ਦਾ ਕਾਰਨ ਕਮਜ਼ੋਰ ਟਰਸਟ ਔਰ ਕੋਆਪਰੇਸ਼ਨ ਹੁੰਦਾ ਹੈ। ਜੇ ਟਰਸਟ ਔਰ ਕੋਆਪਰੇਸ਼ਨ ਦਰਮਿਆਨੇ ਪੱਧਰ ਤੇ ਹੋਵੇ ਤਾਂ ਅਸੀਂ ਰਿਸਪੈਕਟਫੁਲ ਮਤਲਬ ਇੱਕ ਦੂਜੇ ਦੀ ਕਦਰ ਤਾਂ ਕਰਦੇ ਹਾਂ ਪਰ ਨਤੀਜੇ ਕੰਪਰੋਮਾਈਜ਼ਿੰਗ ਸਮਝੌਤੇ ਵਾਲੇ ਹੁੰਦੇ ਹਨ ਔਰ ਜੇਕਰ ਟਰਸਟ ਔਰ ਕੋਆਪਰੇਸ਼ਨ ਸਭ ਤੋਂ ਉੱਚਾ ਹੋਵੇ ਤੇ ਉਹ ਸਿਨਰਜੈਟਿਕ ਜਾਂ ਕਿ ਵਿਨ ਵਿਨ ਦੇ ਨਤੀਜੇ ਤੱਕ ਪਹੁੰਚਾਉਂਦਾ ਹੈ। ਆਪਣੇ ਰੋਜ਼ਮਰਰਾ ਦੇ ਜੀਵਨ ਤੇ ਵੀ ਜੇਕਰ ਅਸੀਂ ਨਜ਼ਰ ਪਾਈਏ ਤੇ ਅਸੀਂ ਇਹ ਮਹਿਸੂਸ ਕਰਾਂਗੇ ਕਿ ਇੱਕ ਪਰਿਵਾਰ ਦੇ ਲੋਕ ਵੀ ਕਦੇ ਇੱਕੋ ਜਿਹੀ ਸੋਚ, ਖਿਆਲ ਅਤੇ ਭਾਵਨਾਵਾਂ ਵਾਲੇ ਨਹੀਂ ਹੁੰਦੇ ਹਨ ਔਰ ਕੰਪਨੀਆਂ ਦੇ ਵਿੱਚ ਟੀਮ ਮੈਂਬਰਸ ਵੀ ਵੱਖੋ ਵੱਖਰੇ ਵਿਚਾਰਧਾਰਾ ਦੇ ਹੁੰਦੇ ਹਨ। ਬਿਜ਼ਨਸ ਦੇ ਵਿੱਚ ਮੁਲਾਜ਼ਮ ਅਤੇ ਸਟੇਕ ਹੋਲਡਰਸ ਇੱਕਦਮ ਵਿਭਿੰਨ ਹੁੰਦੇ ਹਨ ਔਰ ਧਾਰਮਿਕ ਅਦਾਰਿਆਂ ਵਿੱਚ ਵੀ ਲੋਕ ਇੱਕ ਦੂਸਰੇ ਤੋਂ ਵਿਲੱਖਣ ਹੁੰਦੇ ਹਨ, ਪਰ ਸਾਡਾ ਵੱਖਰਾ ਹੋਣਾ ਹੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ ਜੋ ਜ਼ਿੰਦਗੀ ਦੇ ਗੀਤ ਨੂੰ ਮਧੁਰ ਅਤੇ ਸੁਰੀਲਾ ਬਣਾਉਂਦਾ ਹੈ ਬਸ਼ਰਤੇ ਅਸੀਂ ਸਾਰਿਆਂ ਦੇ ਲਈ ਹੈਬਿਟ 4 ਦਾ ਵਿਨ ਵਿਨ ਮਾਹੌਲ ਬਣਾ ਸਕੀਏ ਔਰ ਉਸ ਨੂੰ ਬਣਾਉਣ ਦੇ ਲਈ ਹੈਬਿਟ 5 ਸੀਕ ਟੂ ਅੰਡਰਸਟੈਂਡ ਦੈਨ ਟੂ ਬੀ ਅੰਡਰਸਟੂਡ ਦੀ ਅਵਸਥਾ ਤੱਕ ਪਹੁੰਚ ਸਕੀਏ ਔਰ ਸਾਰੇ ਮਿਲ ਕੇ ਇੱਕ ਕਾਮਨ ਪਰਪਸ, ਕਾਮਨ ਮਿਸ਼ਨ ਔਰ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਅਗਰਸਰ ਹੋਈਏ। ਆਪਣੇ ਬੱਚਿਆਂ ਦਾ ਮਾਰਗਦਰਸ਼ਨ ਇਸ ਤਰ੍ਹਾਂ ਕਰੀਏ ਕਿ ਉਹ ਦੂਸਰਿਆਂ ਦੇ ਵੱਖਰੇ ਰੰਗ ਨੂੰ, ਵੱਖਰੇ ਧਰਮ ਨੂੰ, ਵੱਖਰੀ ਬੋਲੀ ਨੂੰ ਅਤੇ ਵੱਖਰੇ ਖਿਆਲਾਂ ਦੀ ਕਦਰ ਕਰਨਾ ਸਿੱਖਣ ਔਰ ਉਸ ਨੂੰ ਇੱਕ ਓਪਰਚੁਨਿਟੀ ਜਾਂ ਮੌਕੇ ਦੇ ਵਾਂਗੂ ਸਮਝ ਕੇ ਐਮਪੈਥੈਟਿਕ ਨਜ਼ਰੀਏ ਨਾਲ ਉਹਨਾਂ ਦੇ ਪੱਖ ਤੋਂ ਜ਼ਿੰਦਗੀ ਨੂੰ ਮਹਿਸੂਸ ਕਰਨਾ ਸਿੱਖਣ।
ਸੰਕੀਰਨ ਵਿਚਾਰਧਾਰਾ ਦੇ ਲੋਕ ਇਨਸਾਨਾਂ ਨੂੰ ਕੁਝ ਕੁ ਧਰਮਾਂ ਵਿੱਚ ਵੰਡਣ ਦੇ ਨਜ਼ਰੀਏ ਨੂੰ ਪ੍ਰੋੜਤਾ ਦਿੰਦੇ ਹਨ। ਪਰ ਇਹ ਸਾਰੇ ਇੱਕ ਦੂਜੇ ਤੋਂ ਵੱਖਰੇ ਹਨ ਅਤੇ ਇਸੇ ਨੂੰ ਆਧਾਰ ਬਣਾ ਕੇ ਲੋਕਾਂ ਨੂੰ ਆਪਸ ਵਿੱਚ ਲੜਵਾਇਆ ਜਾਂਦਾ ਹੈ। ਪਰ ਅਸਲੀਅਤ ਵਿੱਚ ਅਸੀਂ ਧਰਤੀ ਤੇ 7.8 ਬਿਲੀਅਨ ਜਾਂ ਕਿ 780 ਕਰੋੜ ਇਨਸਾਨ ਵਿਚਰ ਰਹੇ ਹਾਂ, ਜੋ ਸਭ ਇੱਕ ਦੂਸਰੇ ਤੋਂ ਵੱਖਰੇ ਹਾਂ, ਸੂਝ-ਬੂਝ ਵਿੱਚ, ਖਿਆਲਾਂ ਵਿੱਚ, ਹਾਲਾਤਾਂ ਵਿੱਚ, ਮਾਨਯਤਾਵਾਂ ਵਿੱਚ, ਹੋਰ ਦੁਨੀਆ ਨੂੰ ਵੇਖਣ ਦੇ ਨਜ਼ਰੀਏ ਵਿੱਚ, ਪਰ ਹੈਗੇ ਸਾਰੇ ਦੇ ਸਾਰੇ ਇੱਕ ਕਾਇਨਾਤ ਵਿੱਚ ਵਿਚਰ ਰਹੇ ਇੱਕ ਹੁਕਮ ਜਾਂ ਕਿ ਸਿਸਟਮ ਅਤੇ ਧਰਮ ਦੇ ਅਧੀਨ। ਇਸ ਤਰੀਕੇ ਦੀ ਇੱਕ ਕਾਇਨਾਤ ਦੇ ਨਜ਼ਰੀਏ ਵਾਲੀ ਸੋਚਣੀ ਅਤੇ ਇਸ ਕਾਇਨਾਤ ਵਿੱਚ ਵੱਖੋ ਵੱਖਰੇ ਰੰਗਾਂ ਨਾਲ ਵਿਚਰ ਰਹੇ ਕਾਦਰ ਦੇ ਕਿਰਦਾਰਾਂ ਵਾਲੀ ਸੋਚਣੀ ਸਿਨਰਜੀ ਦੇ ਪੱਖ ਤੋਂ ਦੁਨੀਆ ਦੀ ਹਰ ਸਮੱਸਿਆ ਨੂੰ ਹੱਲ ਕਰਨ ਦੀ ਤਾਕਤ ਰੱਖਦੀ ਹੈ, ਚਾਹੇ ਪਰਸਨਲ ਲਾਈਫ ਹੋਵੇ, ਪ੍ਰੋਫੈਸ਼ਨਲ ਫੀਲਡ ਹੋਵੇ ਜਾਂ ਧਾਰਮਿਕ ਵਿਚਾਰਾਂ ਦੀ ਸਾਂਝ ਹੋਵੇ।